ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਜੀ ਆਇਆਂ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਅੱਜ ਸੀਨੀਅਰ ਇੰਜੀਨੀਅਰ ਰਿਟਾਇਰਡ ਦਰਸ਼ਨ ਸਿੰਘ ਭੁੱਲਰ, ਜਿਨ੍ਹਾਂ ਦਾ ਵਸੀਹ ਅਨੁਭਵ ਹੈ ਬਿਜਲੀ ਦੇ ਖੇਤਰ ਦੇ ਵਿੱਚ। ਭੁੱਲਰ ਸਾਹਿਬ ਜੀ ਆਇਆਂ। ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ। ਸਤਿ ਸ਼੍ਰੀ ਅਕਾਲ। ਕੱਲ ਦਾ ਇੱਕ ਬੜਾ ਪ੍ਰਚਾਰ ਹੋ ਰਿਹਾ ਕਿ ਮੁੱਖ ਮੰਤਰੀ ਨੇ ਨਿਗਮ ਨੂੰ ਕਹਿਤਾ, ਕਾਰਪੋਰੇਸ਼ਨ ਨੂੰ ਕਹਿਤਾ ਕਿ ਜਿਹੜੇ ਗਲਤ ਸਮਝੌਤੇ ਰੱਦ ਕਰ ਦਿਓ, ਨਹੀਂ ਤਾਂ ਰਿਵਿਊ ਕਰ ਲਓ, ਰੀਵਿਜ਼ਿਟ ਕਰ ਲਓ। ਸ਼ਬਦ ਚੁਣ ਚੁਣ ਕੇ ਵਰਤੇ ਗਏ ਆ ਔਰ ਇੰਜ ਲੱਗਦਾ 4.5 ਸਾਲ ਬਾਅਦ ਕੁੰਭਕਰਨੀ ਨੀਂਦ ਖੁੱਲੀ ਤੇ ਲੋਕਾਂ ਦੇ ਮਸਲੇ ਯਾਦ ਆਏ। ਇਹਨੂੰ ਧਰਾਤਲ ਤੇ ਖੜ ਕੇ ਦੇਖਦੇ ਆ। ਭੁੱਲਰ ਸਾਹਿਬ ਨੇ ਗਰਾਊਂਡ ਤੋਂ ਇਹਨੂੰ ਦੇਖਿਆ, ਗਰਾਊਂਡ ਤੇ ਕੰਮ ਕੀਤਾ। ਦਰਅਸਲ ਇਹ ਹੁਕਮ ਪੰਜਾਬੀਆਂ ਲਈ ਕਿੰਨੇ ਕੁ ਫਾਇਦੇਮੰਦ ਨੇ, ਇਹਦੇ ਚੋਂ ਕੁਝ ਨਿਕਲਣ ਵਾਲਾ। ਜੇਕਰ ਇਹ ਗਲਤ ਸੀ ਤਾਂ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਸੀ, ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਸੀ। ਜ਼ਰੂਰੀ ਸੀ ਜ਼ਿੰਮੇਵਾਰ ਲੋਕਾਂ ਦੇ ਸਰਮਾਏ ਨਾਲ ਖਿਲਵਾੜ ਕਰਨ ਲਈ, ਲੋਕਾਂ ਦੇ ਰੋਜ਼ਮਰਾ ਦੇ ਜੀਵਨ ਤੇ ਬੋਝ ਪਾਉਣ ਲਈ ਸਜ਼ਾ ਦਿੱਤੀ ਜਾਂਦੀ। ਲੇਕਿਨ ਇਹ ਕਵਾਇਦ ਹੁਣ ਬੀਤੇ ਦੀ ਹੈ। ਭੁੱਲਰ ਸਾਹਿਬ, ਮੁੱਖ ਮੰਤਰੀ ਸਾਹਿਬ ਦਾ ਹੁਕਮ ਹੈ ਕਿ ਜਿਹੜੇ ਗਲਤ ਨੇ, ਇੱਕ ਪਾਸੜ ਨੇ, ਰੱਦ ਕਰ ਦਿਓ, ਰੀਵਿਜ਼ਿਟ ਕਰ ਲਓ। ਕੀ ਕਹਿੰਦੇ ਹੋ? ਇਹਦੇ ਵਿੱਚ ਦੇਖੋ, ਜਿੱਥੋਂ ਤੱਕ ਰੱਦ ਕਰਨ ਦੀ ਗੱਲ ਹੈਗੀ ਆ ਸਮਝੌਤਿਆਂ ਵਿੱਚ, ਇਹ ਕਿਤੇ ਵੀ ਮਤਲਬ ਆ ਜਿਹੜੇ ਐਗਰੀਮੈਂਟ ਹੋਏ ਨੇ, ਖਾਸ ਕਰਕੇ ਆਪਾਂ ਨੋ ਥਰਮਲ ਨੇ, ਜੀਵੀਕੇ, ਰਾਜਪੁਰਾ ਔਰ ਤਲਵੰਡੀ ਸਾਬੋ, ਇਹਨਾਂ ਨਾਲ ਜੋ ਪਾਵਰ ਪਰਚੇਜ ਐਗਰੀਮੈਂਟ ਹੋਏ ਨੇ, ਕਿਤੇ ਵੀ PSPCL ਨੂੰ ਇਹ ਹੱਕ ਨਹੀਂ ਹੈਗਾ ਕਿ ਇਹਨਾਂ ਸਮਝੌਤਿਆਂ ਨੂੰ ਰੱਦ ਕਰ ਦਿੱਤਾ ਜਾਵੇ। ਅੱਛਾ, ਬਿਲਕੁਲ ਲੀਗਲੀ ਇਸ ਤਰ੍ਹਾਂ ਟਰਮੀਨੇਸ਼ਨ ਸ਼ਬਦ ਕਿ ਸਮਝੌਤੇ ਰੱਦ ਕੀਤੇ ਜਾਂਦੇ ਹਨ ਨਹੀਂ ਹੈਗਾ ਜੀ, ਕਿਉਂਕਿ ਸਮਝੌਤੇ ਲਿਖਣ ਵੇਲੇ ਇਹ ਗੱਲਾਂ ਦਾ ਖਿਆਲ ਹੀ ਨਹੀਂ ਰੱਖਿਆ ਗਿਆ। ਤੁਸੀਂ ਹੈਰਾਨ ਹੋਵੋਗੇ, ਸੁਪਰੀਮ ਕੋਰਟ ਮਾਨਯੋਗ ਨੇ ਕੋਲੇ ਦੇ ਕੇਸ ਦੇ ਵਿੱਚ ਜਦੋਂ ਫੈਸਲਾ ਦਿੱਤਾ ਤਾਂ ਉਦੋਂ ਇਹ ਵੀ ਲਿਖਿਆ ਕਿ ਦੋਨਾਂ ਪਾਰਟੀਆਂ ਨੂੰ ਪਤਾ ਹੋਣਾ ਚਾਹੀਦਾ ਕਿ ਅਸੀਂ ਕਿਸ ਗੱਲ ਦੇ ਉੱਤੇ ਦਸਤਖਤ ਕਰਨ ਜਾ ਰਹੇ ਹਾਂ। ਕਿਉਂਕਿ ਉਹ ਸਾਰੇ ਕੇਸ ਦੇ ਵਿੱਚ ਇਹ ਹੋ ਗਿਆ ਸੀ ਕਿ ਕਿਸੇ ਨੂੰ ਕੁਝ ਪਤਾ ਹੀ ਨਹੀਂ ਹੈਗਾ ਕਿ ਇਹ ਕਲਾਜ਼ ਕੀ ਕਹਿੰਦੀ ਆ, ਕਲਾਜ਼ ਕਿਹੜੀ ਕੀ ਕਹਿੰਦੀ ਆ। ਸੋ ਇਹੋ ਜਿਹੀ ਕੋਈ ਕਲਾਜ਼ ਨਹੀਂ ਜਿਹਦੇ ਸਹਾਰਾ ਲੈ ਕੇ PSPCL ਰੱਦ ਕਰ ਸਕੇ। ਈਵਨ ਜਿਹੜਾ ਰੈਗੂਲੇਟਰ ਸੀਗਾ, ਉਸ ਵੇਲੇ ਜਦੋਂ ਸਮਝੌਤੇ ਲਿਖੇ ਜਾ ਰਹੇ ਸੀਗੇ, ਉਦੋਂ ਉਹਨਾਂ ਨੇ, ਰੈਗੂਲੇਟਰ ਨੇ ਇੱਕ ਐਡਵਾਈਸ ਦਿੱਤੀ ਕਿ ਜਿਹੜੀ ਭਾਰਤ ਸਰਕਾਰ ਦੀ ਜਿਹੜੀ ਬਿਜਲੀ ਨੀਤੀ ਸੀਗੀ ਨਵੇਂ ਪਲਾਂਟ ਲਾਉਣ ਬਾਰੇ, ਉਹਦੇ ਵਿੱਚ ਇੱਕ ਥੋੜ੍ਹੇ ਚਿਰ ਦੇ ਸਮਝੌਤੇ ਹੁੰਦੇ ਸੀ, ਇੱਕ ਲੌਂਗ ਟਰਮ ਦੇ ਸਮਝੌਤੇ ਹੁੰਦੇ ਸੀਗੇ। ਇਹ ਪਲਾਂਟ ਲੌਂਗ ਟਰਮ ਦੇ ਸਮਝੌਤਿਆਂ ਤਹਿਤ ਲੱਗੇ ਨੇ ਜੀ। ਉਹਦੇ ਵਿੱਚ ਇਹ ਪ੍ਰੋਵੀਜ਼ਨ ਸੀ, ਲੌਂਗ ਟਰਮ ਤੋਂ ਮਤਲਬ ਸੀਗਾ 7 ਸਾਲ ਜਾਂ ਲਾਈਫ ਆਫ ਦਾ ਪਲਾਂਟ। ਦੋਨਾਂ ਚੋਂ ਜਿਹੜਾ ਵੀ ਬਾਇਰ ਸੀਗਾ, PSPCL ਸੀ, ਦੋਨਾਂ ਚੋਂ ਇੱਕ ਚੁਣ ਸਕਦਾ ਸੀਗਾ ਉਹਨੂੰ। ਜਾਂ ਉਹਦੇ ਵਿੱਚ ਇਹ ਕਲਾਜ਼ ਪਾਉਣੀ ਬਣਦੀ ਸੀ, ਜਿਵੇਂ ਕਿ ਰੈਗੂਲੇਟਰ ਨੇ ਬਿਲਕੁਲ ਔਨ ਰਿਕਾਰਡ ਉਹਨਾਂ ਨੂੰ ਐਡਵਾਈਸ ਕੀਤਾ ਸੀਗਾ ਕਿ ਬਾਏ ਆਊਟ ਕਰਨ ਦੀ ਕਲਾਜ਼ ਆ ਜਿਹੜੀ ਉਹ ਰੱਖੀ ਜਾਵੇ, ਤਾਂ ਕਿ ਸੈਲਰ ਜਦੋਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਐਨਰਜੀ ਸਿਨਾਰੀਓ ਜਾਂ ਟੈਕਨੋਲੋਜੀ ਬੜੀ ਚੇਂਜ ਆ ਰਹੀ ਆ, ਉਹਦੇ ਵਿੱਚ ਜੇਕਰ ਇਹ ਬਿਜਲੀ ਲੈਣ ਤੋਂ ਅਸਮਰੱਥ ਹੋ ਜਾਂਦੇ ਨੇਗੇ ਤੇ ਹੋਰ ਜਿਹੜੇ ਸੋਰਸ ਨੇ ਉਹਨਾਂ ਤੋਂ ਸਸਤੀ ਬਿਜਲੀ ਮਿਲ ਜਾਂਦੀ ਆ, ਤਾਂ ਉਹ ਬਾਏ ਆਊਟ ਕਰ ਸਕਣ। ਸੋ ਰੈਗੂਲੇਟਰ ਦੀ ਉਸ ਐਡਵਾਈਸ ਵੱਲ ਵੀ ਜਿੱਥੋਂ ਤੱਕ ਮੈਨੂੰ ਗਿਆਨ ਆ, ਕਿਸੇ ਨੇ ਕੋਈ ਕੰਨ ਨਹੀਂ ਧਰਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਇਹਨਾਂ ਤੋਂ ਕੋਈ ਬਾਏ ਆਊਟ ਕਰਨ ਦਾ ਜਾਂ ਰੱਦ ਕਰਨ ਦਾ ਸਾਡੇ ਕੋਲੇ ਕੋਈ ਅਧਿਕਾਰ ਹੋਵੇ। ਸੋ ਰੱਦ ਕਰਨ ਦੀ ਗੱਲ ਤਾਂ ਜਿੱਥੋਂ ਤੱਕ ਸਮਝੌਤਿਆਂ 'ਚ ਹੈਗੀ ਆ, ਬਿਲਕੁਲ ਨਹੀਂ ਹੈਗੀ। ਦੂਜੇ ਪਾਸੇ ਤੁਸੀਂ ਗੱਲ ਕੀਤੀ ਆ ਰੀਨੈਗੋਸ਼ੀਏਸ਼ਨ ਦੀ, ਕਿ ਇਹ ਬਾਰੇ ਰੀਨੈਗੋਸ਼ੀਏਸ਼ਨ ਵਾਸਤੇ ਵੀ ਕਿਹਾ। ਬਿਲਕੁਲ ਜਦੋਂ ਰੀਨੈਗੋਸ਼ੀਏਸ਼ਨ ਦੀ ਗੱਲ ਚੱਲੂਗੀ, ਤੁਹਾਨੂੰ ਯਾਦ ਹੋਣਾ ਕਿ ਸਭ ਤੋਂ ਪਹਿਲਾਂ ਜਦੋਂ ਸਰਕਾਰ ਆਈ ਸੀ, ਉਦੋਂ ਇਹ ਸੀ ਕੈਬਨਿਟ ਮੀਟਿੰਗ ਦੇ ਵਿੱਚ ਕਿ ਬਿਜਲੀ ਸਮਝੌਤਿਆਂ ਨੂੰ ਰਿਵਿਊ ਕੀਤਾ ਜਾਊਗਾ ਜੀ। ਜਿਹੜਾ ਏਜੰਡਾ ਵੀ ਸੀ ਮੇਰੇ ਖਿਆਲ ਦੇ ਵਿੱਚ, ਜਿਹੜਾ ਕਾਂਗਰਸ ਪਾਰਟੀ ਦਾ ਇਹ ਏਜੰਡਾ ਕਹਿ ਲਈਏ, ਮੈਨੀਫੈਸਟੋ ਸੀਗਾ ਕਿ ਇਹ ਸਮਝੌਤੇ ਰਿਵਿਊ ਕੀਤੇ ਜਾਣਗੇ। ਤੇ ਜਦੋਂ ਇੱਕ ਵਾਰੀ ਇਹਨਾਂ ਸਮਝੌਤਿਆਂ ਨੂੰ ਰਿਵਿਊ ਕਰਨ ਦੀ ਗੱਲ ਚੱਲੀ ਵੀ ਸੀ, ਤਾਂ ਜਿਹੜੀਆਂ ਕੰਪਨੀਆਂ ਸੀ ਪ੍ਰਾਈਵੇਟ, 2 ਕੰਪਨੀਆਂ GVK ਤੇ ਰਾਜਪੁਰਾ, ਇਹਨਾਂ ਨੇ ਆਪਣੇ ਵੱਲੋਂ ਸਰਕਾਰ ਨੂੰ ਆਫਰ ਕਰਤੀ ਸੀ ਬਕਾਇਦਾ ਲਿਖਤੀ ਰੂਪ ਦੇ ਵਿੱਚ ਕਿ ਤੁਸੀਂ ਇਹ ਪਲਾਂਟ ਸਾਡੇ ਕੋਲੋਂ ਖਰੀਦ ਲਵੋ। ਮੇਰੀ ਸਮਝ
ਉਹ ਆਫਰ ਇਸ ਕਰਕੇ ਕੀਤੀ ਗਈ ਸੀ ਕਿ ਜਦੋਂ ਰੀਨੈਗੋਸ਼ੀਏਸ਼ਨ ਹੋਣਗੇ ਹੂੰ ਸਮਝੌਤੇ, ਤਾਂ ਹੋ ਸਕਦਾ ਜਿੰਨੇ ਲਾਹੇਵੰਦ ਹੁਣ ਨੇ, ਜਿੰਨੇ ਲੌਪਸਾਈਡਡ ਜਾਂ ਆਪਾਂ ਕਹਿ ਲਈਏ ਇੱਕ ਪਾਸੇ ਸਮਝੌਤੇ ਨੇ, ਉਦੋਂ ਉਹ ਨਾ ਰਹਿਣ। ਇਸ ਕਰਕੇ ਉਹਨਾਂ ਨੇ ਆਪਣੇ ਵੱਲੋਂ ਉਹਨਾਂ ਨੂੰ ਖਰੀਦਣ ਦੀ ਜਿਹੜੀ ਹੈਗੀ ਸੀਗੀ ਆਫਰ ਵੀ ਦੇ ਦਿੱਤੀ ਸੀਗੀ। ਸੋ ਲਾਜ਼ਮੀ ਜਦੋਂ ਸਰਕਾਰ ਇਹ ਵਾਕਈ ਕੋਈ ਸੱਚੇ ਦਿਲੋਂ ਜੇ ਮੂਵ ਚੱਲ ਰਹੀ ਆ, ਤਾਂ ਮੇਰੇ ਖਿਆਲ 'ਚ ਜਿਹੜੀਆਂ ਕੰਪਨੀਆਂ ਨੇ ਉਹ ਰੀਨੈਗੋਸ਼ੀਏਸ਼ਨ ਟੇਬਲ ਤੇ ਆ ਕੇ ਬੈਠ ਜਾਣਗੀਆਂ। ਲੱਗਦਾ ਮੈਨੂੰ ਕਿ ਇਹ ਸਮਝੌਤੇ ਰੀਨੈਗੋਸ਼ੀਏਟ ਹੋ ਕੇ ਲੋਕਾਂ ਲਈ ਵੀ ਤੇ ਕੰਪਨੀਆਂ ਲਈ ਵੀ, ਕਿਉਂਕਿ ਆਪਾਂ ਨਹੀਂ ਕਹਿ ਸਕਦੇ ਕੰਪਨੀਆਂ ਨੂੰ ਵੀ ਮਾਰਨਾ ਚਾਹੀਦਾ ਜਾਂ ਲੋਕਾਂ ਨੂੰ ਬਹੁਤ ਫਾਇਦਾ ਹੋਣਾ ਚਾਹੀਦਾ, ਬਲ ਬਿਨ ਸਿਚੁਏਸ਼ਨ ਦੋਨਾਂ ਪਾਸੇ, ਨਾ ਤਾਂ ਲੋਕਾਂ ਦੀ ਜੇਬ ਤੇ ਕੋਈ ਜ਼ਿਆਦਾ ਬੋਝ ਪਵੇ, ਨਾ ਹੀ ਕੰਪਨੀਆਂ ਘਾਟੇ 'ਚ ਜਾਣ। ਇਸ ਤਰ੍ਹਾਂ ਦਾ ਕੋਈ ਜਿਹੜਾ ਰੀਸੈਟਲਮੈਂਟ ਮੇਰੇ ਖਿਆਲ 'ਚ ਕੀਤਾ ਜਾ ਸਕਦਾ। ਭੁੱਲਰ ਸਾਹਿਬ, ਤੁਸੀਂ ਦਿਲਚਸਪ ਗੱਲ ਕੀਤੀ ਆ ਕਿ ਜਦੋਂ ਇਹਦੀਆਂ ਟਰਮਸ ਬਣੀਆਂ, ਜਦੋਂ ਰੈਗੂਲੇਟਰ ਕੁਝ ਸਿਫਾਰਸ਼ਾਂ ਕਰ ਰਿਹਾ ਸੀ, ਉਹਨੂੰ ਨਜ਼ਰਅੰਦਾਜ਼ ਕਰਨ ਵਾਲੇ ਕੌਣ ਸੀ? ਇਹ ਬੜਾ ਵੱਡਾ ਸਵਾਲ ਆ ਕਿ ਜਦੋਂ ਤੁਸੀਂ ਲੰਬੇ ਸਮੇਂ ਲਈ ਕੋਈ ਸਮਝੌਤਾ ਕਰ ਰਹੇ ਹੋ ਤੇ ਤੁਸੀਂ ਕਸਟੋਡੀਅਨ ਹੋ ਲੋਕਾਂ ਦੇ, ਸਟੇਟ ਦੇ, ਉਸ ਵੇਲੇ ਤੁਹਾਡੀ ਜ਼ਿੰਮੇਵਾਰੀ ਲੋਕਾਂ ਵੱਲ ਬਣਦੀ ਸੀ। ਉਹ ਜਿਹੜੇ ਵੀ ਧਿਰਾਂ ਸੀ, ਕਿਉਂਕਿ ਗੱਲ ਨੀਤੀ ਘਾੜੇ ਤਾਂ ਨੀਤੀ ਘੜਦੇ ਆ, ਇੰਪਲੀਮੈਂਟੇਸ਼ਨ ਦੇ ਉੱਤੇ ਆ ਕੇ ਬਿਊਰੋਕ੍ਰੇਸੀ ਖੜਦੀ ਆ। ਅਸੀਂ ਟੋਟਲ ਇਹ ਬਿਊਰੋਕ੍ਰੇਸੀ ਤੇ ਚੜ ਜਾਂਦੇ ਆ ਕਿ ਉਹਨਾਂ ਨੇ ਵੇਖੋ ਸਾਈਨ ਕਿਹਦੇ ਆ। ਸਾਈਨ ਤਾਂ ਸਾਡੇ ਲੋਕ ਬੜੇ ਕਲੈਵਰ ਨੇ, ਮੈਂ ਹੁਣ ਕਨਿੰਗ ਸ਼ਬਦ ਨਹੀਂ ਵਰਤੂੰਗਾ, ਕਲੈਵਰ ਵਰਤੂੰਗਾ। ਪੋਲੀਟੀਸ਼ੀਅਨ ਜਿਹੜੇ ਆ ਉਹ ਤਾਂ ਸਾਈਨ ਹੀ ਨਹੀਂ ਅੱਜ ਕੱਲ ਕਹਿੰਦੇ ਕਿਤੇ ਕਰਦੇ। ਲੇਕਿਨ ਮੈਂ ਤੁਹਾਨੂੰ ਇਹ ਪੁੱਛਦਾ ਹਾਂ ਕਿ ਰੈਗੂਲੇਟਰ ਦੀ ਸਿਫਾਰਿਸ਼ ਨੂੰ ਨਜ਼ਰਅੰਦਾਜ਼ ਕਰਨ ਵੇਲੇ ਪ੍ਰਵਿਰਤੀ ਕੀ ਰਹੀ ਹੋਊਗੀ? ਨੋ ਡਾਊਟ ਜਦੋਂ ਤੁਸੀਂ ਕਿਸੇ ਨਿਯਮ ਦੀ ਉਲੰਘਣਾ ਕਰਦੇ ਹੋ ਤਾਂ ਉਦੋਂ ਹੀ ਕਰਦੇ ਹੋ ਜਦੋਂ ਤੁਹਾਨੂੰ ਕੋਈ ਨਜਾਇਜ਼ ਫਾਇਦਾ ਮਿਲਦਾ। ਇਹਦਾ ਮਤਲਬ ਹੈ ਅੱਖਾਂ ਮੀਟੀਆਂ ਗਈਆਂ ਲੋਕਾਂ ਦੇ ਹਿੱਤ ਵੱਲੋਂ। ਤੁਹਾਨੂੰ ਲੱਗਦਾ ਹੈ ਕਿ ਇਹਦੇ ਵਿੱਚ ਬਹੁਤ ਕਾਹਲ ਕੀਤੀ ਗਈ? ਜੇ ਕੰਪੀਟੀਸ਼ਨ 'ਚ, ਮੁਕਾਬਲੇ ਦੇ ਵਿੱਚ ਬਿਜਲੀ ਸਪਲਾਈ ਕਰਨ ਲਈ ਪ੍ਰਾਈਵੇਟ ਖਿਡਾਰੀ ਲਿਆਉਣੇ ਸੀ, ਮੰਡੀ ਖੋਲਣ ਲੱਗੇ ਸਾਂ, ਤਾਂ ਮੰਡੀ ਤਾਂ ਵਪਾਰੀਆਂ ਲਈ ਹੁੰਦੀ, ਫਾਇਦੇ ਉਹਨਾਂ ਨੇ ਲੈਣੇ ਹੁੰਦੇ। ਤੁਹਾਨੂੰ ਲੱਗਦਾ ਉਦੋਂ ਅਸੀਂ ਕਾਹਲ ਕਰ ਗਏ, ਉਦੋਂ ਅਸੀਂ ਆਪਣੇ ਹਿੱਤ ਸਾਧ ਲਏ, ਉਦੋਂ ਜਿਹੜੇ ਸਾਨੂੰ ਵਾਰਾ ਖਾਂਦੇ ਸੀ ਉਹਨਾਂ ਨਾਲ ਟੇਬਲ ਤੇ ਬੈਠੇ, ਅਸੀਂ ਇਹਨੂੰ ਖੁੱਲੀ ਮੰਡੀ 'ਚ ਲੈ ਕੇ ਹੀ ਨਹੀਂ ਗਏ, ਜਾਂ ਅਸੀਂ ਮੰਡੀ ਖੋਲੀ ਨਹੀਂ ਇਹਨਾਂ ਲਈ ਕਿ ਆਓ ਸਾਡੇ ਲੋਕਾਂ ਨੂੰ ਇੱਥੇ ਬਿਜਲੀ ਦੀ ਲੋੜ ਆ, ਤੁਸੀਂ ਸਪਲਾਇਰ ਹੋ, ਇਹ ਸਾਡੇ ਮਸਲੇ ਨੇ। ਫਿਰ ਕੰਪੀਟੀਸ਼ਨ 'ਚ ਇੱਕ ਤੋਂ ਵੱਧ ਕੰਪਨੀਆਂ ਆਉਂਦੀਆਂ ਤੇ ਮੈਨੂੰ ਇੰਝ ਲੱਗਦਾ ਭਾਵੇਂ ਉਹ ਬਾਹਰੋਂ ਖਰੀਦ ਕੇ ਵੀ ਸਾਨੂੰ ਦੇ ਸਕਦੀਆਂ ਸੀ, ਜਿਵੇਂ ਦਿੱਲੀ ਕਰ ਰਿਹਾ ਜੀ। ਕੀ ਕਹਿੰਦੇ ਹੋ? ਸਰ ਇਹਦੇ ਵਿੱਚ ਨਾ ਜਿਵੇਂ ਤੁਸੀਂ ਕਿਹਾ ਕਿ ਉਹ ਜਿਹੜੀ ਐਡਵਾਈਸ ਦਿੱਤੀ ਸੀ ਰੈਗੂਲੇਟਰ ਨੇ, ਉਹਦੇ ਤੇ ਕਿਸੇ ਨੇ ਕੋਈ ਬਹੁਤਾ ਧਿਆਨ ਨਹੀਂ ਦਿੱਤਾ। ਇੱਥੇ ਕਈ ਗੱਲਾਂ ਫੈਕਟਰ ਹੈਗੇ ਆ ਜੀ, ਕਿ ਇੱਕ ਤਾਂ ਮਤਲਬ ਜਿਹੜੇ ਇਹ ਸਮਝੌਤੇ ਸੀ ਬੜੀ ਕਾਹਲੀ ਦੇ ਵਿੱਚ ਕੀਤੇ ਗਏ, ਬੜੀ ਕਾਹਲੀ ਦੇ ਵਿੱਚ। ਔਰ ਉਸ ਵੇਲੇ ਬਿਲਕੁਲ ਇਹੋ ਜਿਹੀ ਗੱਲ ਨਹੀਂ, ਸ਼ਾਰਟੇਜ ਵੀ ਹੈਗੀ ਸੀ। ਸ਼ਾਰਟੇਜ ਸਿਰਫ ਪੈਡੀ ਸੀਜ਼ਨਲ ਸ਼ਾਰਟੇਜ ਸੀ ਸਾਡੇ ਕੋਲੇ, ਬਾਕੀ ਥਰੂ ਆਊਟ ਦਾ ਈਅਰ 9 ਮਹੀਨੇ ਸਾਡੇ ਕੋਲੇ ਬਿਜਲੀ ਸਰਪਲਸ ਰਹਿੰਦੀ ਹੈਗੀ। ਪਹਿਲਾਂ ਵੀ ਸਰਪਲਸ ਰਹਿੰਦੀ ਸੀ। ਸਾਡੇ ਜਿਹੜੇ ਥਰਮਲ ਪਲਾਂਟ ਲੱਗੇ ਹੋਏ ਸੀ ਸਰਕਾਰ ਦੇ, ਉਹ ਵੀ ਸਾਨੂੰ ਈਵਨ ਪੈਡੀ ਸੀਜ਼ਨ 'ਚ ਅੱਜ ਕੱਲ੍ਹ ਦੇਖ ਲਓ ਮੀਂਹ ਪੈ ਜਾਂਦਾ ਸੀ, ਸਾਰੇ ਬੰਦ ਕਰਨੇ ਪੈਂਦੇ ਸੀ, ਬਾਹਰੋਂ ਬਿਜਲੀ 3-4 ਹਜ਼ਾਰ ਜਾਂ 5,000 ਮੈਗਾਵਾਟ ਲੈ ਕੇ ਚੱਲ ਜਾਂਦਾ ਸੀਗਾ। ਸੋ ਉਹ ਜਿਹੜਾ ਬਿਜਲੀ ਕ੍ਰਾਈਸਿਸ ਦਾ ਕਹਿ ਲਓ ਇੰਨਾ ਹਊਆ ਖੜਾ ਹੋਇਆ ਕਿ ਇਹ ਸਾਰਾ ਕੁਝ ਕਾਹਲੀ ਕਾਹਲੀ ਵਿੱਚ ਕੀਤਾ ਗਿਆ। ਇੰਨੀ ਕਾਹਲੀ ਕਿ ਮੈਂ ਫੇਰ ਦੁਬਾਰਾ ਉਸ ਦੀ ਗੱਲ ਜਿਹੜਾ ਮਾਨਯੋਗ ਅਦਾਲਤ ਨੇ ਫੈਸਲਾ ਲਿਖਿਆ, ਮੈਂ ਉਹਦਾ ਬਿਲਕੁਲ ਕਨਕਲੂਡਿੰਗ ਪੈਰਾ ਪੜਿਆ। ਉਹਦੇ ਵਿੱਚ ਇਹ ਲਿਖਿਆ ਗਿਆ ਕਿ ਇਹੋ ਜਿਹੇ ਸਮਝੌਤਿਆਂ ਦੇ ਖਰੜੇ ਤਿਆਰ ਕਰਨ ਵੇਲੇ ਇੱਕ ਤਾਂ ਬਹੁਤ ਹੀ ਜ਼ਿਆਦਾ ਬਿਜਲੀ ਦੇ ਐਕਸਪਰਟ ਹੋਣੇ ਚਾਹੀਦੇ ਨੇ, ਨਾਲ ਲੀਗਲ ਐਕਸਪਰਟ ਵੀ ਹੋਣੇ ਚਾਹੀਦੇ ਨੇ ਜੀ। ਸੋ ਇਹ ਜਿਹੜੇ ਸਮਝੌਤੇ ਹੋਏ, ਆਪਾਂ ਕਹਿੰਦੇ ਕਿ ਦਸਤਖਤ ਕਰਤੇ ਜਾਂ ਜਿਵੇਂ ਵੀ, ਮੈਨੂੰ ਲੱਗਦਾ ਕਿ ਇਹਨਾਂ ਨੂੰ ਬਹੁਤ ਹੀ ਗੌਰ ਨਾਲ ਕਿਸੇ ਨੇ ਪੜ੍ਹੇ ਹੀ ਨਹੀਂ। ਇਹ ਕਾਪੀ ਪੇਸਟ ਹੋਏ ਹੈਗੇ। ਜਿਵੇਂ ਕਿ ਸਾਡੀ 2003 ਦੇ ਵਿੱਚ ਵੀ ਨਵਾਂ ਐਕਟ ਆਇਆ ਸੀਗਾ ਬਿਜਲੀ ਦਾ, ਉਹ ਸਾਰੀਆਂ ਜਿਹੜੀਆਂ ਪਾਲਿਸੀ ਸੀਗੀਆਂ WTA ਵਗੈਰਾ ਵੱਲੋਂ ਦਿੱਤੀਆਂ ਹੋਈਆਂ, ਕਾਪੀ ਪੇਸਟ ਹੋਈਆਂ ਸਾਰੀਆਂ ਜੀ। ਕਿਸੇ ਨੇ ਕੋਈ ਬਹੁਤਾ ਇੰਨਾ ਆਪਣਾ ਦਿਮਾਗ ਲਾਇਆ ਨਹੀਂ। ਉਸੇ ਤਰ੍ਹਾਂ ਇਹਨਾਂ ਸਮਝੌਤਿਆਂ ਨੂੰ ਸਿਰਫ ਕਾਪੀ ਪੇਸਟ ਕੀਤਾ ਗਿਆ, ਉਹਦੀ ਕੱਲੀ ਕੱਲੀ ਲਾਈਨ ਨੂੰ ਬਿਲਕੁਲ ਨਹੀਂ ਪੜ੍ਹਿਆ ਗਿਆ। ਮੈਂ ਵੀ ਹੁਣ ਜਦੋਂ ਇਹ ਸਮਝੌਤੇ ਪੜ੍ਹੇ ਨੇ ਜੀ, ਮੈਨੂੰ ਵੀ ਇਹ, ਮੈਂ ਕੋਈ ਲੀਗਲ ਐਕਸਪਰਟ ਤਾਂ ਹੈ ਨਹੀਂ, ਟੈਕਨੀਕਲ ਗੱਲਾਂ ਆਉਂਦੀਆਂ ਨੇ ਤੇ ਉਹਨਾਂ ਨੂੰ ਬੜੀ ਮੁਸ਼ਕਲ ਨਾਲ ਇੱਕ ਕਲਾਸ ਨੂੰ 4-4 ਵਾਰੀ ਪੜ੍ਹਨ ਤੋਂ ਬਾਅਦ ਪਤਾ ਲੱਗਦਾ ਕਹਿੰਦੀ ਕੀ ਹੈ ਮਤਲਬ। ਸੋ ਇਸ ਕਰਕੇ ਇੱਕ ਤਾਂ ਉਹਨਾਂ ਨੂੰ ਦਸਤਖਤ ਕਰਨ ਵੇਲੇ ਕਿਸੇ ਨੂੰ, ਮੈਨੂੰ ਨਹੀਂ ਲੱਗਦਾ ਕਿ ਐਵੇਂ ਕਹੀਏ ਕਿ ਬਹੁਤੀ ਗੌਰ ਨਾਲ, ਬਰੀਕੀ ਨਾਲ ਇਨ ਬਿਟਵੀਨ ਦਾ ਲਾਈਨਸ ਕਿਸੇ ਨੇ ਪੜ੍ਹਿਆ ਹੋਣਾਗਾ। ਦੂਜਾ ਇਹ ਗੱਲ ਵੀ ਹੈਗੀ ਆ ਕਿ ਬਿਜਲੀ ਦੀ ਕ੍ਰਾਈਸਿਸ ਕਰਕੇ ਕਹਿ ਲਓ ਜਾਂ ਕਿਸੇ ਹੋਰ ਜਿਹੜੇ ਕੋਈ ਗੱਲਾਂ ਹੈਗੀਆਂ, ਉਹਨਾਂ ਕਰਕੇ ਇਹ ਬਹੁਤ ਜ਼ਿਆਦਾ ਪ੍ਰੈਸ਼ਰ ਸੀ ਕਿ ਕਰੋ ਜੀ ਕਰੋ ਸਮਝੌਤੇ, ਜਲਦੀ ਕਰੋ ਮਤਲਬ, ਹੈ ਨਾ।
ਤੇ ਉਹਨਾਂ ਜੀ ਵਿੱਚ ਇਹ ਸਾਰੀਆਂ ਗੱਲਾਂ ਰੈਗੂਲੇਟਰ ਨੇ ਤਾਂ ਉਹ ਬਾਏ ਆਊਟ ਵਾਲੀ ਇੱਕ ਸੈਂਟੈਂਸ ਸੀ, ਉਹ ਸੈਂਟੈਂਸ ਮੈਂ ਹੁਣ ਗੌਰ ਨਾਲ ਪੜ੍ਹ ਰਿਹਾ। ਉਦੋਂ ਹੋ ਸਕਦਾ ਗੌਰ ਨਾਲ ਕਿਸੇ ਅਫਸਰ ਨੇ ਉਹ ਪੜ੍ਹੇ ਹੀ ਨਾ ਹੋਵੇ, ਉੱਪਰੋਂ ਕਾਹਲੀ ਕਰ ਦੋ ਜੀ। ਉਹ ਸਾਰੇ ਇਹੀ ਗੱਲ ਹੋਈ ਆ ਕਿ ਕਰ ਦੋ ਜੀ ਦੇ ਵਿੱਚ ਬੜੀ ਕਾਹਲੀ ਨਾਲ ਇਹ ਸਮਝੌਤੇ ਕੀਤੇ ਗਏ ਨੇ। ਔਰ ਇੱਕ ਵੀ ਕਲਾਜ਼ ਇਹਦੇ ਵਿੱਚ ਇਹੋ ਜਿਹੀ ਨਹੀਂ ਹੈਗੀ ਜਿਹੜੀ PSPCL ਦੇ ਕੋਈ ਆਪਾਂ ਕਹੀਏ ਪੱਖ ਵਿੱਚ ਹੋਵੇ ਜੀ। ਹੁਣ ਸਾਰੀਆਂ ਮੈਨੂੰ ਭੁੱਲਰ ਸਾਹਿਬ, ਹਾਂ ਜੀ ਤੁਸੀਂ ਗੱਲ ਕਰ ਰਹੇ ਸੀ ਕਿ ਇੱਕ ਵੀ ਕਲਾਜ਼ ਪੱਖ ਚ ਨਹੀਂ ਆ, ਤੁਸੀਂ ਗੱਲ ਕਰ ਲਓ, ਅਹਿਮ ਗੱਲ ਆ ਜੀ। ਹਾਂ ਬਿਲਕੁਲ, ਕੋਈ ਵੀ ਲੈ ਲਓ ਜੀ ਕਲਾਜ਼, ਮਤਲਬ ਉਹ ਚਾਹੇ ਪੇਮੈਂਟ ਕਰਨ ਦੀ ਆ ਜੀ, ਈਵਨ ਟਰਮੀਨੇਸ਼ਨ ਦੀ ਜੇ ਗੱਲ ਕਰੀਏ ਜੀ, ਟਰਮੀਨੇਟ ਵੀ ਸਮਝੌਤਾ ਮਤਲਬ ਜਿਹੜਾ ਸੈਲਰ ਆ ਜਾਂ ਕੰਪਨੀ ਆ ਉਹਦੀ ਪਹਿਲ ਤੇ ਹੀ ਹੋ ਸਕਦਾ ਗਾ, PSPCL ਵੱਲੋਂ ਨਹੀਂ ਹੋ ਸਕਦਾ ਹੈਗਾ। ਉਹ ਇੱਕ ਟਰਮੀਨੇਸ਼ਨ ਦੀ ਕਲਾਜ਼ ਹੈਗੀ 14 ਆਰਟੀਕਲ ਆ ਜੀ, ਉਹ 14.2 ਆਰਟੀਕਲ ਆ। ਉਹਦੇ ਵਿੱਚ ਮਤਲਬ ਜਿਹੜੀ ਵੇਚਣ ਵਾਲੀ ਕੰਪਨੀ ਹੈਗੀ, ਪ੍ਰਾਈਵੇਟ ਥਰਮਲ ਹੈਗਾ, ਉਹ ਹੀ ਨੋਟਿਸ ਦੇਊਗਾ ਜੇਕਰ ਬਿਜਲੀ ਬੋਰਡ ਡਿਫਾਲਟਰ ਹੁੰਦਾ ਗਾ। ਵੀ ਫਰਜ਼ ਕਰੋ ਬਿਜਲੀ ਬੋਰਡ ਦੇ ਹੱਥ ਖੜੇ ਹੋ ਜਾਂਦੇ ਨੇ ਕਿ ਇੰਨੀ ਬਿਜਲੀ ਮਹਿੰਗੀ ਅਸੀਂ ਤਾਂ ਨਹੀਂ ਲੈ ਸਕਦੇ ਜੀ, ਤੇ ਉਹਦੇ ਕਰਕੇ ਉਹ ਪੇਮੈਂਟ ਨਹੀਂ ਦੇ ਸਕਦਾ ਹੈਗਾ। ਤੇ ਫਿਰ ਉਹ ਡਿਫਾਲਟ ਜਿਹੜਾ ਤੁਹਾਡਾ ਪਰਚੇਜਰ ਸੈਲਰ ਹੈਗਾ, ਉਹ ਇਹਨੂੰ ਵਾਇਰ ਨੂੰ PSPCL ਨੂੰ ਨੋਟਿਸ ਦੇਊਗਾ। ਟਰਮ ਅੱਗੇ ਜੋ ਵੀ ਪ੍ਰੋਸੀਜਰ ਹੈਗਾ, ਜੇ ਕਹਾਂ ਤਾਂ ਮੈਂ ਅੱਗੇ ਐਕਸਪਲੇਨ ਕਰ ਸਕਦੇ ਹਾਂ ਉਹਦੇ ਮੁਤਾਬਕ। ਤੇ ਉਹ ਨੋਟਿਸ ਦੇਊਗਾ, 7 ਦਿਨਾਂ ਦਾ ਨੋਟਿਸ ਦੇਊਗਾ। ਫਿਰ ਉਹ ਮਤਲਬ ਕਿ ਜੇ ਬਿਜਲੀ ਬੋਰਡ ਉਸ ਨੂੰ ਨਹੀਂ ਖਰੀਦਦਾ, ਹੱਥ ਖੜੇ ਕਰਨ ਦਾ ਕਿ ਮੈਥੋਂ ਨਹੀਂ ਇੰਨੀ ਮਹਿੰਗੀ ਬਿਜਲੀ ਖਰੀਦੀ ਜਾਂਦੀ, ਫਿਰ ਉਹ ਜਿਹੜੇ ਆਪਣੇ ਕਿਸੇ ਵੀ ਹੋਰ ਕੰਜ਼ਿਊਮਰ ਨੂੰ ਉਹ ਜਾਂ ਕਿਸੇ ਹੋਰ ਲਾਇਸੈਂਸੀ ਨੂੰ ਬਿਜਲੀ ਦੇ ਸਕਦਾ। ਮਤਲਬ ਅਦਰਵਾਈਜ਼ PSPCL ਕੋਲੇ ਕੋਈ ਹੱਕ ਨਹੀਂ ਹੈਗਾ ਕਿ ਮੈਂ ਸਮਝੌਤੇ ਤੋਂ ਬਾਹਰ ਹੋ ਰਿਹਾ ਜੀ। ਜੀ ਭੁੱਲਰ ਸਾਹਿਬ, ਇਹ ਕਾਲ ਜਦੋਂ ਸੁਖਬੀਰ ਸਿੰਘ ਬਾਦਲ ਪੋਲਿਟਿਕਸ ਵਿੱਚ ਆਉਂਦੇ ਆ, ਇਹ ਕਾਲ ਉਹਨਾਂ ਨੂੰ ਅੱਗੇ ਵਧਣ ਦੀ ਸੀਗੀ। ਨੋ ਡਾਊਟ ਉਦੋਂ ਦੇ ਜਿਹੜੇ ਅਫਸਰ ਸੀਗੇ ਉਹਨਾਂ ਤੇ ਵੀ ਬਹੁਤ ਪ੍ਰੈਸ਼ਰ ਹੋਊਗਾ ਕਿ ਕਾਹਲੀ ਚ ਕਰੋ। ਮੈਂ ਬਾਹਰ ਕਹਿ ਚੁੱਕਿਆ, ਮੈਂ ਅਨਾਉਂਸਮੈਂਟ ਕਰ ਚੁੱਕਿਆ ਕਿ ਅਸੀਂ ਇਹਨੂੰ ਬਿਜਲੀ ਸਰਪਲਸ ਬਣਾਵਾਂਗੇ, ਕਿਉਂਕਿ ਜਦੋਂ ਉਹ ਅਨਾਉਂਸਮੈਂਟ ਕਰ ਦਿੰਦੇ ਸੀ ਫਿਰ ਉਹਨਾਂ ਦਾ ਜ਼ੋਰ ਲੱਗਿਆ ਹੁੰਦਾ ਸੀ ਕਿ ਪੂਰੀ ਹੋ ਜੇ। ਅਸੀਂ ਕਈ ਇਹੋ ਜਿਹੇ ਮਸਲੇ ਦੇਖੇ ਆ, ਪਾਣੀ ਚ ਬੱਸ ਚਲਾਉਣ ਵਾਲੇ ਜਾਂ ਬਾਕੀ ਵੀ ਕਰ ਦਿੰਦੇ ਰਹੇ ਆ ਦੇਰ ਸਵੇਰ। ਲੇਕਿਨ ਇਸ ਮੌਕੇ ਦੇ ਉੱਤੇ ਜਿਹੜੇ ਬਿਜਲੀ ਬੋਰਡ ਦੇ ਅਧਿਕਾਰੀ ਸੀ, ਉਦੋਂ ਸ਼ਾਇਦ ਬਿਜਲੀ ਨਿਗਮ ਬਣ ਗਿਆ ਸੀ ਜਾਂ ਨਹੀਂ ਮੈਨੂੰ ਨਹੀਂ ਪਤਾ, ਤੁਸੀਂ ਜ਼ਿਆਦਾ ਦੱਸੋਗੇ। ਜਿਹੜੀ ਕਾਰਪੋਰੇਸ਼ਨ ਤੋਂ ਪਹਿਲੇ ਸੀ ਜਾਂ ਕਾਰਪੋਰੇਸ਼ਨ ਵਾਲੇ ਸੀ, ਉਹ ਕਿੱਥੇ ਰਹਿ ਗਏ? ਉਹਨਾਂ ਨੂੰ ਤਾਂ ਪਤਾ ਸੀ, ਜਿਨ੍ਹਾਂ ਦਾ ਪੂਰਾ ਦਿਨ ਬਿਜਲੀ ਦੇ ਧੰਦਿਆਂ 'ਚ ਨਿਕਲਦਾ, ਇਸ ਪ੍ਰੋਫੈਸ਼ਨ ਦੇ ਵਿੱਚ ਫੁੱਲ ਟਾਈਮ ਇਨਵੋਲਵ ਨੇ, ਜਿਨ੍ਹਾਂ ਦੀ ਜ਼ਿੰਮੇਵਾਰੀ ਆ ਫੈਸਲੇ ਲੈਣੇ, ਉਹ ਕਿੱਥੇ ਚਲੇ ਗਏ? ਜਾਂ ਉਹਨਾਂ ਦੀ ਬਾਂਹ ਮਰੋੜ ਲਈ ਗਈ? ਸੌਂ ਗਏ ਸੀ ਉਦੋਂ ਟੈਕਨੀਕਲ ਲੋਕ। ਬਿਊਰੋਕ੍ਰੇਸੀ ਜਿਹੜੀ ਚੰਡੀਗੜ੍ਹ ਵਾਲੀ ਆ, ਮੈਂ ਉਹਦੀ ਨਹੀਂ ਗੱਲ ਕਰਦਾ, ਉਹ ਤਾਂ ਆਪਣੇ ਸਿਆਸਤਦਾਨ ਦੀ ਅੱਖ ਦੀ ਟੀਰ ਦੇਖਦੇ ਆ, ਉਹਦੀ ਲਾਲੀ ਵੇਖਦੇ ਆ, ਉਹਦਾ ਇਸ਼ਾਰਾ ਵੇਖਦੇ ਆ। ਲੇਕਿਨ ਜਿਹੜੇ ਟੈਕਨੀਕਲ ਲੋਕ ਸੀ, ਉਹਨਾਂ ਨੇ ਟੈਕਨੀਕਲ ਸਲਾਹ ਕਿਉਂ ਨਾ ਦਿੱਤੀ? ਬਿਲਕੁਲ ਸਰ, ਇੱਥੇ ਕਿਤੇ ਖਤਾ ਹੋਈ ਹੈ ਮੇਰੇ ਹਿਸਾਬ ਨਾਲ ਕਿ ਟੈਕਨੀਕਲ ਸਲਾਹ ਆਪਾਂ ਬੇਸਿਕਲੀ ਜਿਹੜੀ ਕਪੈਸਿਟੀ ਐਡੀਸ਼ਨ ਕਰਦੇ ਹਾਂ ਜੀ, ਉਹ ਇੱਕ ਤਾਂ ਜਿਹੜਾ ਇਲੈਕਟ੍ਰੀਕਲ ਪਾਵਰ ਸਰਵੇ ਇੰਡੀਆ ਲੈਵਲ ਤੇ ਹੁੰਦਾ ਗਾ, ਹਰ 25 ਸਾਲੀ ਹੁੰਦਾ ਗਾ, 10 ਸਾਲਾਂ ਦੇ ਵਕਫੇ ਬਾਅਦ ਤੇ ਉਹਦੀ ਪ੍ਰੈਡਿਕਸ਼ਨ ਹੁੰਦੀ ਹੈਗੀ ਇੱਕ ਉਹ। ਤੇ ਦੂਜਾ ਜਿਹੜਾ ਪੰਜਾਬ ਦਾ ਪਾਵਰ ਸਿਨਾਰੀਓ ਸੀਗਾ, ਜਿਹੜਾ ਪੈਟਰਨ ਹੈਗਾ ਪਾਵਰ ਦਾ ਕਿ ਕਿੱਦਾਂ ਬੇਰੀ ਕਰਦੀ ਆ, ਉਹ ਕਿਸੇ ਨੇ ਮਤਲਬ ਪੇਪਰ ਦੇ ਉੱਤੇ, ਮੈਂ ਜੋ ਰੈਗੂਲੇਟਰ ਦੇ ਪੇਪਰ ਪੜ੍ਹੇ ਨੇ, ਰੈਗੂਲੇਟਰ ਆਖਰੀ ਮਨਜ਼ੂਰੀ ਦਿੰਦਾ ਕਿ ਕਿੰਨੀ ਕਪੈਸਿਟੀ ਤੁਸੀਂ ਐਡ ਕਰਨੀ ਹੈ ਜੀ। ਸੋ ਰੈਗੂਲੇਟਰ ਨੂੰ ਇਸ ਤਰ੍ਹਾਂ ਉਹ ਸਾਡੀ ਪੰਜਾਬ ਦਾ ਪਾਵਰ ਪੈਟਰਨ ਪੇਸ਼ ਹੀ ਨਹੀਂ ਕੀਤਾ ਗਿਆ। ਜਿਵੇਂ ਕਿ 9 ਮਹੀਨੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ 9 ਮਹੀਨੇ ਸਾਡੇ ਕੋਲੇ ਮੰਗ ਇਸ ਵੇਲੇ 7000 ਮੈਗਾਵਾਟ ਰਹਿੰਦੀ ਹੈਗੀ। ਸਾਡੀ ਟੋਟਲ ਇੰਸਟਾਲਡ ਕਪੈਸਿਟੀ ਹੋ ਗਈ 13844 ਮੈਗਾਵਾਟ ਜੀ, ਜਿਹੜੇ ਲੱਗੇ। ਜਦੋਂ ਇਹ ਮਤਲਬ ਬਿਲਕੁਲ ਇਹ ਸਾਡੇ ਕੋਲੇ ਆਉਂਦੀ ਹੈਗੀ, ਇਹ ਪੀਕ ਸੀਜ਼ਨ ਹੁੰਦਾ ਮਤਲਬ ਕਿ ਪੈਡੀ ਦੇ ਵੇਲੇ। ਔਰ ਬਕਾਇਦਾ ਪਾਲਿਸੀ ਹੈ ਜਿਹੜੀ ਗਵਰਨਮੈਂਟ ਆਫ ਇੰਡੀਆ ਦੀ ਪਾਲਿਸੀ ਨਵੇਂ ਥਰਮਲ ਲਾਉਣ ਦੀ, ਉਹਦੇ ਵਿੱਚ ਬਕਾਇਦਾ ਇਹ ਪ੍ਰੋਵੀਜ਼ਨ ਹੈਗੀ ਸੀ ਕਿ ਜਿਹੜੇ ਤੁਸੀਂ ਪ੍ਰਾਈਵੇਟ ਥਰਮਲਾਂ ਨਾਲ ਸਮਝੌਤੇ ਕਰਨੇ ਹੈਗੇ, ਉਹ ਤੁਸੀਂ ਪੀਕ ਲੋਡ ਵਾਸਤੇ ਵੀ ਕਰ ਸਕਦੇ ਹੋ, ਸੀਜ਼ਨਲ ਲੋਡ ਵਾਸਤੇ ਵੀ ਕਰ ਸਕਦੇ ਹੋ, ਬੇਸ ਲੋਡ ਵਾਸਤੇ ਵੀ ਕਰ ਸਕਦੇ ਹੋ। ਸਾਡਾ ਬੇਸ ਲੋਡ ਤਾਂ 7000 ਮੈਗਾਵਾਟ ਸੀਗਾ ਤੇ ਪੀਕ ਸੀਜ਼ਨਲ ਲੋਡ 13000 ਦੇ ਲਗਭਗ ਹੁਣ ਹੋਇਆ 13000। ਉਸ ਵੇਲੇ ਸਿਰਫ 8900 ਮੈਗਾਵਾਟ ਸੀਗਾ।
ਇਲੈਕਟ੍ਰੀਕਲ ਪਾਵਰ ਸਰਵੇ ਮੁਤਾਬਕ ਉਹ ਸਾਨੂੰ ਇਸ ਕਰਕੇ ਉਦੋਂ 2000 ਜਿਹੜੀ ਮੈਗਾਵਾਟ ਬਿਜਲੀ ਦੀ ਜ਼ਰੂਰਤ ਸੀਗੀ। ਔਰ ਇਹ ਪੇਪਰ ਦੇ ਉੱਤੇ ਕਿਸੇ ਨੇ ਇਹ ਪੇਸ਼ ਹੀ ਨਹੀਂ ਕੀਤਾ ਕਿ ਸਾਨੂੰ ਸੀਜ਼ਨਲ ਪਲਾਂਟ ਦੀ ਲੋੜ ਹੈਗੀ ਆ ਤੇ ਇੰਨੀ ਜ਼ਿਆਦਾ ਕਪੈਸਿਟੀ ਦੇ ਨਾ ਲਾਏ ਜਾਣ, ਬਲਕਿ ਇਸ ਦੇ ਉਲਟ ਜਿਹੜੀ ਮੈਕਸਿਮਮ ਡਿਮਾਂਡ ਸੀ, ਜਿਹੜੀ 2 ਮਹੀਨੇ ਰਹਿਣੀ ਸੀਗੀ, ਔਰ 2 ਮਹੀਨਿਆਂ ਵਿੱਚੋਂ ਵੀ ਜੇ ਬਾਰਿਸ਼ ਪੈ ਜਾਂਦੀ ਉਹ ਵੀ ਅੱਧੀ ਰਹਿ ਜਾਂਦੀ ਹੈਗੀ, ਉਹਨੂੰ ਹੀ ਕੁੱਲ ਡਿਮਾਂਡ ਮੰਨ ਕੇ ਪੇਪਰ ਦੇ ਉੱਤੇ ਪੇਸ਼ ਕੀਤਾ ਗਿਆ ਕਿ ਇੰਨੀ ਬਿਜਲੀ ਦੀ ਜ਼ਰੂਰਤ ਹੈ ਜੀ। ਉੱਥੇ ਬਿਲਕੁਲ ਮੈਂ ਸਮਝਦਾ ਕਿ ਸਾਡੇ ਜਿਹੜੇ PSPCL ਦੇ ਪੱਖ ਤੋਂ ਇਹ ਖਤਾ ਹੋਈ ਆ ਕਿ ਬਿਜਲੀ ਦੀ ਮੰਗ ਨੂੰ ਬਹੁਤ ਵੱਧ ਚੜ੍ਹ ਕੇ ਉੱਥੇ ਪੇਸ਼ ਹੋ ਗਿਆ, ਜਿਹਦੇ ਕਰਕੇ ਇਹ ਸਾਰੇ ਫੁੱਲ ਕਪੈਸਿਟੀ ਦੇ ਵੀ ਸਮਝੌਤੇ ਇਸ ਕਰਕੇ ਕੀਤੇ ਗਏ। ਇਹ ਜਸਟੀਫਿਕੇਸ਼ਨ ਦਿੱਤੀ ਗਈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਖੇਤਾਂ ਨੂੰ ਵੀ ਜ਼ਿਆਦਾ ਬਿਜਲੀ ਦੇਵਾਂਗੇ। ਮਤਲਬ ਜਦੋਂ ਕਿ ਕਿਸਾਨ, ਤੁਸੀਂ ਪਿਛਲੇ ਮੈਂ 5 ਸਾਲਾਂ ਤੋਂ ਦੇਖ ਰਿਹਾ ਗਾ, 8 ਘੰਟੇ ਜੇ ਬਿਜਲੀ ਕਿਸਾਨ ਨੂੰ ਮਿਲ ਜਾਵੇ ਪੈਡੀ ਸੀਜ਼ਨ ਵਿੱਚ ਵੀ, ਉਹ ਧੰਨ ਕਰ ਦਿੰਦਾ ਗਾ ਕਿ ਮੈਨੂੰ ਇਸ ਵਾਰੀ ਪਿਛਲੇ ਸਾਲਾਂ 'ਚ ਸੁਣਿਆ ਕਿ ਬਹੁਤ ਬਿਜਲੀ ਮਿਲੀ ਹੈ ਜੀ, ਬਹੁਤ ਮਿਲੀ ਆ, ਬਾਕੀ ਸੀਜ਼ਨ ਦੇ ਵਿੱਚ ਤਾਂ ਬਿਜਲੀ ਦੀ ਲੋੜ ਹੀ ਨਹੀਂ ਰਹਿੰਦੀ। ਸੋ ਇੱਥੇ ਖਤਾ ਹੋਈ ਆ ਕਿ ਟੈਕਨੀਕਲੀ ਜਿਹੜਾ ਕੁਝ ਦੱਸਣਾ ਚਾਹੀਦਾ ਸੀ ਅੱਗੇ, ਉਹ ਪੇਪਰ ਦੇ ਉੱਤੇ ਜੇ ਆ ਜਾਂਦਾ, ਬਾਕੀ ਅਪਰੂਵਿੰਗ ਅਥਾਰਟੀ ਦੀ ਮਰਜ਼ੀ ਸੀ, ਉਹ ਆਪਣਾ ਪਿਓ ਦੇ ਕੇ ਕੁਝ ਵੀ ਕਰ ਸਕਦੇ ਸੀਗੇ, ਅਲਟੀਮੇਟਲੀ ਮਤਲਬ ਉਹਨੇ ਰੂਲ ਆਊਟ ਕਰ ਸਕਦੇ ਸੀਗੇ। ਸੋ ਇੱਥੇ ਅੰਕੜੇ ਸਹੀ ਤਰ੍ਹਾਂ ਪੇਸ਼ ਨਹੀਂ ਹੋਏਗੇ ਮੈਨੂੰ ਲੱਗਦਾ ਜੀ। ਜੀ ਭੁੱਲਰ ਸਾਹਿਬ, ਮੈਂ ਕਿਉਂਕਿ ਉਹ ਸੀਨੀਅਰ ਅਧਿਕਾਰੀ ਜਿਹੜੇ ਉਸ ਮੌਕੇ ਤੇ ਇਸ ਨਜ਼ਰੀਓਂ ਪਹਿਲੀ ਵਾਰੀ ਜਦੋਂ ਇਹ ਗੱਲ ਤੁਰੀ ਆ, ਪੁਰਾਣੀ ਗੱਲ ਆ, ਉਦੋਂ ਉਹ ਪੇਪਰ ਉਹਨਾਂ ਕੋਲੇ ਸੀਗੇ। ਅੱਜ ਕੱਲ ਉਹ ਬਰੈਂਪਟਨ 'ਚ ਰਹਿੰਦੇ ਆ, ਮੈਨੂੰ ਉਹਨਾਂ ਨੇ ਨਾਂ ਲੈਣ ਤੋਂ ਮਨਾ ਕੀਤਾ ਹੈ। ਉਹ ਜਿਹੜੇ ਬਿਜਲੀ ਨਿਗਮ ਦੇ ਅਧਿਕਾਰੀ ਨੇ ਜਾਂ ਪੁਰਾਣੇ ਲੋਕ ਆ, ਉਹ ਜਾਣਦੇ ਨੇ ਕਿ ਉਹਨਾਂ ਦਾ ਕੀ ਨਾਂ ਹੈ। ਉਹਨਾਂ ਨੇ ਸਾਫ਼ ਮਨਾ ਕਰਤਾ ਸੀਗਾ ਕਿ ਮੈਂ ਐਸੇ ਕਿਸੇ ਵੀ ਸਮਝੌਤੇ ਲਈ ਸਾਈਨ ਨਹੀਂ ਕਰ ਸਕਾਂਗਾ। ਫਿਰ ਪੁੱਛਿਆ ਗਿਆ ਫਿਰ ਹੋਰ ਹੱਲ ਕੀ ਆ, ਉਹ ਕਹਿੰਦੇ ਜੀ ਮੈਨੂੰ ਬਦਲ ਕੇ ਕਿਸੇ ਹੋਰ ਨੂੰ ਲੈ ਆਓ, ਉਹ ਕਰ ਸਕਦਾ ਹੈ। ਮੈਂ ਇਹ ਬੜੇ ਦਾਅਵੇ ਨਾਲ ਗੱਲ ਕਹਿ ਰਿਹਾ, ਲੇਕਿਨ ਸਵਾਲ ਇਹ ਸੀਗਾ ਕਿ ਹੁਣ ਭੁੱਲਰ ਸਾਹਿਬ ਇਹ ਗੱਲ ਨਹੀਂ ਕਹਿ ਸਕਦੇ ਆਖਿਰ ਕਿਹੜੀਆਂ ਮਜਬੂਰੀਆਂ ਸੀ ਕਿ ਅਸੀਂ ਕਾਲ ਦੇ ਵਿੱਚ ਆਪਣੇ ਲੋਕਾਂ ਦੀ ਜ਼ਿੰਮੇਵਾਰੀ ਵੱਲ ਪਿੱਠ ਕਰ ਲਈ। ਅਸੀਂ ਦੇਰ ਤੱਕ ਲਈ ਐਸੇ ਇੱਕ ਮੁਸ਼ਕਲ 'ਚ ਫਸ ਗਏ ਜਿੱਥੇ ਹੁਣ ਜਿਵੇਂ ਭੁੱਲਰ ਸਾਹਿਬ ਕਹਿ ਰਹੇ ਰੱਦ ਵੀ ਨਹੀਂ ਕਰ ਸਕਦੇ, ਕਲੌਜ ਹੀ ਹੈ ਨਹੀਂ, ਧਿਆਨ ਹੀ ਨਹੀਂ ਰੱਖਿਆ ਗਿਆ, ਅਸੀਂ ਕੁਝ ਵੀ ਨਹੀਂ ਕਰ ਸਕਦੇ, ਬਸ ਅਸੀਂ ਸਿਆਸੀ ਸਟੇਟਮੈਂਟ ਦੇਣ ਜੋਗੇ ਹਾਂ। ਮੈਂ ਭੁੱਲਰ ਸਾਹਿਬ ਹੁਣ ਇਹਦੇ ਥੋੜੇ ਟੈਕਨੀਕਲ ਪਹਿਲੂਆਂ ਵੱਲ ਜਾਊਂਗਾ। ਮੈਨੂੰ ਤੁਸੀਂ ਇਹ ਦੱਸਿਓ ਕਿ ਥਰਮਲ ਪਲਾਂਟ ਲਾਉਣ ਤੋਂ ਬਿਨਾਂ ਸਾਡੇ ਕੋਲ ਕੋਈ ਹੋਰ ਚਾਰਾ ਵੀ ਸੀ ਉਦੋਂ? ਜਿਵੇਂ ਦਿੱਲੀ ਬਿਜਲੀ ਖਰੀਦ ਰਹੀ ਆ ਬਾਹਰੋਂ, ਜਿਹੜੇ ਸਪਲਾਇਰ ਨੇ ਜਿਹੜੇ ਬਿਜਲੀ ਦੇ ਰਹੇ ਨੇ ਉਹਨਾਂ ਨਾਲ ਨੈਗੋਸੀਏਸ਼ਨ ਹੋ ਸਕਦੀ ਸੀ ਜੇਕਰ ਅਸੀਂ ਇਹ ਜਿਹੜੀ ਬਾਕੀ ਮਜਬੂਰੀਆਂ 'ਚ ਨਾ ਫਸੇ ਹੁੰਦੇ। ਕੀ ਪੰਜਾਬ ਬਾਹਰੋਂ ਬਿਜਲੀ ਨਹੀਂ ਸੀ ਖਰੀਦ ਸਕਦਾ ਪਲਾਂਟ ਲਾਉਣ ਦੀ ਬਜਾਏ? ਦੂਜੀ ਗੱਲ, ਜੇ ਬਿਜਲੀ ਅਸੀਂ ਮੁਕਾਬਲਤਨ ਦੇਖੀਏ, ਮੁਕਾਬਲਤਨ ਕੰਪੈਰੀਟਿਵਲੀ ਹੁਣ ਜੋ ਅਸੀਂ ਰੇਟ ਦੇ ਰਹੇ ਹਾਂ, ਇਹ ਰੇਟ ਬਾਕੀ ਜਿਹੜੀ ਮੰਡੀ ਆ, ਕੰਪੀਟੀਸ਼ਨ ਹੈ, ਦੂਜੀਆਂ ਸਟੇਟਾਂ ਨੇ, ਦੂਜਾ ਸਾਰਾ ਕੁਝ ਹੈ, ਉਹਦੇ ਮੁਕਾਬਲੇ ਅਸੀਂ ਕਿੱਥੇ ਖੜੇ ਆ? ਸਾਨੂੰ ਕਿੰਨੇ ਕੁ ਦੇ ਵਿੱਚ ਸੌਖਿਆਂ ਬਿਜਲੀ ਮਿਲ ਸਕਦੀ ਸੀ ਬਨਿਸਬਤ ਇਹਦੇ ਜਿੰਨੇ ਅਸੀਂ ਹੁਣ ਦੇ ਰਹੇ ਹਾਂ? ਦੇਖੋ ਸਰ, ਜਿੱਥੋਂ ਤੱਕ ਤਾਂ ਇਹ ਸਵਾਲ ਹੈਗਾ ਕਿ ਅਸੀਂ ਬਿਜਲੀ ਦੇ ਪਲਾਂਟ ਸਾਨੂੰ ਚਾਹੀਦੇ ਸੀ ਜਾਂ ਨਹੀਂ ਚਾਹੀਦੇ ਸੀ ਪੰਜਾਬ ਦੇ ਵਿੱਚ, ਉਹਦੇ ਵਿੱਚ ਤਾਂ ਦੇਖੋ ਜਿਹੜੇ ਸਾਡੇ ਪਬਲਿਕ ਸੈਕਟਰ ਦੇ ਪਲਾਂਟ ਸੀਗੇ ਤਿੰਨੋਂ, ਉਹ 3 ਦੀ ਬਜਾਏ ਲਹਿਰਾ ਮੁਹੱਬਤ ਤਾਂ ਰੀਸੈਂਟਲੀ ਆਇਆ ਸੀਗਾ, ਉਸ ਵੇਲੇ 'ਚ 2008 ਦੇ ਨੇੜੇ ਤੇੜੇ ਸਮਝੌਤਿਆਂ ਦੀ ਬਿਜਲੀ ਲਾਉਣ ਦੀ ਗੱਲ ਹੋਈ ਹੈ ਜੀ। ਤੇ ਉਸ ਵੇਲੇ ਸਾਡੇ ਪਲਾਂਟ ਤਕਰੀਬਨ, ਇਹ ਤਾਂ ਸਾਨੂੰ ਪਤਾ ਸੀ ਕਿ ਕਿਸੇ ਇਹ ਹੌਲੀ ਏਜ ਇਹਨਾਂ ਦੀ ਵੱਧਦੀ ਜਾਂਦੀ ਆ ਤੇ ਅੰਤ ਨੂੰ ਇਹਨਾਂ ਨੂੰ ਕਿਸੇ ਵੇਲੇ ਆਊਟ ਹੋਣਗੇ ਜੀ। ਇਸ ਕਰਕੇ ਸਾਨੂੰ ਸਾਡੇ ਬੇਸ ਲੋਡ ਨੂੰ ਜਿਹੜਾ ਮੁੱਖ ਰੱਖਦੇ ਹੋਏ ਜਿਹੜੀ ਰਾਊਂਡ ਦਾ ਈਅਰ ਡਿਮਾਂਡ ਰਹਿੰਦੀ ਸੀ, ਉਹਦੇ ਕਰਕੇ ਸਾਨੂੰ ਪਲਾਂਟ ਤਾਂ ਲਾਉਣੇ ਬਣਦੇ ਸੀ ਜੀ। ਬਿਲਕੁਲ ਹੀ ਇਹ ਗੱਲ ਨਹੀਂ ਹੈਗੀ ਕਿ ਪਲਾਂਟ ਗਲਤ ਲੱਗੇ ਨੇ ਜੀ, ਪਲਾਂਟ ਠੀਕ ਲੱਗੇ ਨੇ, ਪਰ ਕਪੈਸਿਟੀ ਓਵਰ ਕਪੈਸਿਟੀ ਦੇ ਲੱਗ ਗਏ ਪਲਾਂਟ। ਸਾਨੂੰ 2000 ਮੈਗਾਵਾਟ ਐਜ ਪਰ ਜਿਹੜੀ ਸੈਂਟਰਲ ਇਲੈਕਟ੍ਰਿਸਿਟੀ ਅਥਾਰਟੀ ਦਾ ਸਰਵੇ ਸੀ, 2000 ਮੈਗਾਵਾਟ ਹੀ ਬਿਜਲੀ ਚਾਹੀਦੀ ਸੀਗੀ। ਇਹ ਲੱਗ ਗਏ ਸਾਡੇ ਕੋਲੋਂ 3920 ਮੈਗਾਵਾਟ ਦੇ ਲੱਗ ਗਏ, ਜਦੋਂ ਕਿ ਤਕਰੀਬਨ 5000 ਮੈਗਾਵਾਟ ਦੇ MOU ਹੋਰ ਸਾਈਨ ਹੋ ਗਏ ਸੀ ਜਿਹੜੇ ਮੈਚਿਓਰ ਨਹੀਂ ਹੋ ਸਕੇ, ਜਿਵੇਂ ਆਪਣੇ ਗੋਬਿੰਦਪੁਰਾ, ਕੋਟ ਸਮੀਰ ਤੇ ਇੱਥੇ ਗਿੱਦੜਬਾਹਾ, ਇਹ ਪਲਾਂਟ ਵੀ ਆਉਣੇ ਸੀ, ਫਿਰ ਤਾਂ ਪਤਾ ਨਹੀਂ ਕੀ ਬਣਨਾ ਸੀਗਾ। ਸੋ ਇੱਕ ਤਾਂ ਸਾਨੂੰ ਬਿਜਲੀ ਦੇ ਪਲਾਂਟ ਤਾਂ ਚਾਹੀਦੇ ਸੀਗੇ, ਠੀਕ ਹੈ ਜੀ। ਦੂਸਰਾ ਜਿਹੜੀ ਗੱਲ ਹੈਗੀ ਕਿ ਮਤਲਬ ਅਸੀਂ ਸਾਨੂੰ ਖੜੇ ਖੜੋਤਿਆਂ ਨੂੰ ਪੈਸੇ ਦੇਣੇ ਪੈ ਗਏ, ਸਾਨੂੰ ਸਫੈਦ ਹਾਥੀ ਕਿੱਲੇ ਬੰਨਣੇ ਪੈ ਗਏ, ਤੁਹਾਡਾ ਮਤਲਬ ਲੋੜ ਤੋਂ ਵੱਧ ਹੋਣ ਕਰਕੇ? ਜੀ ਅੱਗੇ। ਲੋੜ ਤੋਂ ਵੱਧ ਹੋਣ ਕਰਕੇ ਜਿਹੜੇ ਸਾਨੂੰ ਕਪੈਸਿਟੀ ਚਾਰਜ ਕਹਿੰਦਾ ਨਾ ਕਿ ਬਿਨਾਂ ਬਿਜਲੀ ਵਰਤੇ ਦੇ ਰਹੇ ਆ, ਉਹ ਵੀ ਇਸ ਕਰਕੇ ਕਿਉਂਕਿ ਜਿਹੜੀ ਐਕਸਟਰਾ ਬਿਜਲੀ ਆ 2000 ਮੈਗਾਵਾਟ ਮੇਰੇ ਹਿਸਾਬ ਮੁਤਾਬਕ
ਵੱਧ ਲਾਈ ਆ, ਉਸੇ ਕਰਕੇ ਦੇਣੇ ਪੈ ਰਿਹਾ। ਅਦਰਵਾਈਜ਼ ਜੇ 2000 ਮੈਗਾਵਾਟ ਦੇ ਪਲਾਂਟ ਲੱਗਦੇ ਤਾਂ ਸਾਨੂੰ ਇਹ ਪੈਸੇ ਨਹੀਂ ਦੇਣੇ ਪੈਣੇ ਸੀਗੇ। ਮਤਲਬ ਇਹ ਜ਼ਿੰਮੇਵਾਰੀ ਫਿਕਸ, ਇਹ ਜ਼ਿੰਮੇਵਾਰੀ ਅੱਜ ਵੀ ਕਿਸੇ ਤੇ ਫਿਕਸ ਕੀਤੀ ਜਾ ਸਕਦੀ ਜੇ ਜਾਂਚ ਕਰਾਉਣ ਲੱਗੇ ਆ। ਹਾਂਜੀ ਬਿਲਕੁਲ ਹੋ ਸਕਦਾ ਵੀ ਇੰਨੇ ਹਾਈ ਕਪੈਸਿਟੀ ਦੇ ਓਵਰ ਕਪੈਸਿਟੀ ਦੇ ਕਿਉਂ ਲੱਗੇ। ਦੂਸਰਾ ਜਿਹੜਾ ਹੈਗਾ ਕਿ ਬਿਲਕੁਲ ਇਸ ਗੱਲ ਵੱਲ ਮੈਂ ਤੁਹਾਨੂੰ ਦੱਸਦਾ ਕਿ ਟੈਕਨੀਕਲੀ ਕਿਸੇ ਨੇ ਬਿਲਕੁਲ ਸੋਚੇ ਨਹੀਂ ਕਿ ਸਾਡੀ, ਮੈਂ ਪਹਿਲਾਂ ਵੀ ਰਿਪੀਟ ਕਰ ਚੁੱਕਿਆ ਕਿ ਡਿਮਾਂਡ ਹੈਗੀ ਆ ਸੀਜ਼ਨਲ। ਸਾਨੂੰ ਸਿਰਫ 2.5 ਮਹੀਨੇ ਬਿਜਲੀ ਦੀ ਜੋ ਜ਼ਰੂਰਤ ਰਹਿੰਦੀ ਹੈਗੀ ਜ਼ਿਆਦਾ, ਜਿਹੜੀ ਆਪਾਂ ਕਹਿੰਦਾ 13,000 ਮੈਗਾਵਾਟ ਹੋ ਗਈ ਜੀ, ਆਉਣ ਵਾਲੇ ਸਮੇਂ 'ਚ 15 ਹੋ ਜੂਗੀ। ਸਾਨੂੰ ਸਿਰਫ 2.5 ਮਹੀਨੇ ਜ਼ਰੂਰਤ ਆ। ਉਹ ਅਸੀਂ ਕਈ ਵਾਰੀ ਮਹੀਨਾ ਕੀ ਰਹਿੰਦੀ ਹੈ, ਮੁੜ ਕੇ ਬਰਸਾਤਾਂ ਜੇ ਆ ਜਾਣ ਤੇ ਫਿਰ ਮਹੀਨੇ ਚ ਮੁੱਕ ਜਾਂਦੀ ਹੈ। ਬਰਸਾਤ ਪਈ ਜਾਂਦੀ ਹੈ ਜੀ, ਅੱਜ ਬਰਸਾਤ ਪੈਂਦੀ, ਅੱਧਾ ਲੋਡ ਰਹਿ ਗਿਆ, 6000 ਮੈਗਾਵਾਟ ਆ ਸਾਡੇ, ਇਵਨ ਸਾਨੂੰ ਪਲਾਂਟ ਬੰਦ ਕਰਨੇ ਪੈ ਰਹੇ ਨੇਗੇ। ਸੋ ਦੂਸਰਾ ਸਾਨੂੰ ਚਾਹੀਦਾ ਸੀਗਾ ਕਿ ਸਾਡੀ ਜਿਹੜੀ ਟਰਾਂਸਮਿਸ਼ਨ ਕੈਪੈਸਿਟੀ ਸੀ, ਕੈਪੇਬਿਲਿਟੀ ਬਾਹਰੋਂ ਲਿਆਉਣ ਦੀ, ਉਹ ਕਿਸੇ ਨੇ ਉਸ ਵੱਲ ਧਿਆਨ ਨਹੀਂ ਦਿੱਤਾ। ਉਹ ਵਧਾਉਣੀ ਚਾਹੀਦੀ ਸੀ, ਕਿਉਂਕਿ ਜਿਹੜੇ ਸਾਡੇ ਥਰਮਲ ਪੰਜਾਬ 'ਚ ਕੀ ਲਾ ਲਓ ਕਿਤੇ ਵੀ ਜਿਹੜੇ ਥਰਮਲ ਲੱਗਦੇ ਨਾ ਜੀ, ਇਹ ਕੋਲੇ ਦੀ ਖਾਣ ਤੋਂ ਬਹੁਤ ਦੂਰ ਹੁੰਦੇ ਨੇਗੇ। ਪਿਟ ਹੈਡ ਤੇ ਥਰਮਲ ਲੱਗਦਾ ਜਿਹੜਾ, ਉਹਦੇ ਵਿੱਚ ਜਿਹੜਾ ਟਰਾਂਸਪੋਰਟੇਸ਼ਨ ਪੈਂਦਾ ਗਾ, ਕੋਲੇ ਦੀ ਢੋਆਈ ਆ, ਉਹ ਇਸ ਵੇਲੇ ਕੋਲੇ ਦੀ ਜਿਹੜਾ 1 ਟਨ ਹੈਗਾ ਜੀ, ਮੀਟ੍ਰਿਕ ਟਨ ਆ, ਉਹ ਤਕਰੀਬਨ 5000 ਦਾ ਪੈਂਦਾ ਪੰਜਾਬ 'ਚ ਜਦੋਂ ਆਉਂਦਾ ਗਾ। ਤੇ ਕੋਲੇ ਦੀ ਕੀਮਤ ਸਿਰਫ ਹੈਗੀ ਆ 1000 ਟਨ ਜੀ, 4000 ਢੋਆ-ਢੁਆਈ, 4000 ਟਨ ਤਾਂ ਢੋਆ-ਢੁਆਈ ਪੈ ਜਾਂਦੀ ਹੈ ਜੀ। ਇਸ ਕਰਕੇ ਜਿਹੜੇ ਇੰਨੇ ਮਤਲਬ ਆਪਾਂ ਕਹਿ ਲਓ ਕਿ ਇੰਨੇ ਗੁਣਾ ਰੇਟ ਨੇਗੇ ਸਾਡੇ ਬਿਜਲੀ ਦੇ। ਮੇਰੀ ਬੇਨਤੀ ਇਹੀ ਸੀ ਪਹਿਲਾਂ ਤੁਹਾਨੂੰ ਕਿ ਕੀ ਇੱਥੇ ਪਲਾਂਟ ਲਾਉਣ ਦੀ ਬਜਾਏ ਅਸੀਂ ਆਪਣਾ ਇਨਫਰਾਸਟ੍ਰਕਚਰ ਮਜ਼ਬੂਤ ਕਰਕੇ ਬਾਹਰੋਂ ਬਿਜਲੀ ਜਿੱਥੇ ਦੂਰ ਲੱਗੇ ਆ, ਜਿਵੇਂ ਦਿੱਲੀ ਖਰੀਦ ਰਹੀ ਆ, ਅਸੀਂ ਜਿਹਨੂੰ ਪਤਾ ਨਹੀਂ, ਮੈਨੂੰ ਤੇ ਤਾਰਾਂ ਤੂਰਾਂ ਪਾਉਣ ਵਾਲਾ, ਵੀ ਅਸੀਂ ਗ੍ਰਿਡ ਬਣਾਉਂਦੇ ਆਪਣੇ, ਜਾਂ ਉਧਰੋਂ ਬਿਜਲੀ ਲੈਣ ਦਾ ਕੋਈ ਢਾਂਚਾ ਬਣਾ ਲੈਂਦੇ ਦੂਰੋਂ ਲਿਆਉਣ ਦਾ, ਬਜਾਏ ਇਹਦੇ ਕਿ ਰੋਜ਼ ਕੋਲਾ ਧੱਕੀ ਆਈਏ ਹਰੀਏ ਵੱਲੋਂ ਜੀ। ਬਿਲਕੁਲ ਸਰ, ਉਹੀ ਮੈਂ ਗੱਲ ਕਰਨ ਜਾ ਰਿਹਾ ਸੀਗਾ ਕਿ ਸਾਨੂੰ ਉਹ ਬਾਹਰੋਂ ਬਿਜਲੀ ਲਿਆਉਣ ਵਾਸਤੇ ਜਿਹੜੀ ਸਾਡੀ ਟਰਾਂਸਮਿਸ਼ਨ ਕੈਪੈਸਿਟੀ ਆ ਉਹ ਵਧਾਉਣੀ ਚਾਹੀਦੀ ਸੀ। ਅੱਜ ਕੱਲ੍ਹ ਵੀ ਅਸੀਂ ਵੈਸੇ ਲੌਂਗ ਟਰਮ ਸਾਡੇ ਐਗਰੀਮੈਂਟ ਹੋਏ ਹੈਗੇ। ਸਾਸਨ ਪਲਾਂਟ ਹੈਗਾ ਮੱਧ ਪ੍ਰਦੇਸ਼ ਦੇ ਵਿੱਚ, ਔਰ ਗੁਜਰਾਤ ਦੇ ਵਿੱਚ ਟਾਟਾ ਮੋਦਰਾ ਪਲਾਂਟ ਹੈਗਾ ਗਾ, ਉਹ ਪਿਟ ਹੈਡ ਤੇ ਲੱਗੇ ਹੋਇਆ। ਔਰ ਉਹਨਾਂ ਦਾ ਜਿਹੜੀ ਬਿਜਲੀ ਆ ਸਾਡੇ ਨਾਲੋਂ, ਇਹਨਾਂ ਨੂੰ ਫਿਕਸ ਚਾਰਜ ਅਸੀਂ ਦੇ ਰਹੇ ਹਾਂ 1 ਰੁਪਏ 18 ਪੈਸੇ ਤਕਰੀਬਨ ਐਵਰੇਜ, ਤੇ ਉਹਨਾਂ ਨੂੰ ਸ਼ਾਸਨ ਵਾਲੇ ਪਲਾਂਟ ਨੂੰ ਅਸੀਂ 17 ਪੈਸੇ ਦੇ ਰਹੇ ਹਾਂਗੇ ਪਰ ਯੂਨਿਟ, ਤੇ ਮੁਦਰਾ ਵਾਲੇ ਨੂੰ ਦੇ ਰਿਹਾ 90 ਪੈਸੇ। ਉਹ ਸਾਨੂੰ ਬਿਜਲੀ ਇਹਨਾਂ ਨਾਲੋਂ ਕਿਤੇ ਸਸਤੀ ਪੈਂਦੀ ਆ। ਸੋ ਇਹ ਟੈਂਡੈਂਸੀ ਉਦੋਂ ਚਾਹੀਦੀ ਸੀ ਕਿ ਸਾਡੀ ਟਰਾਂਸਮਿਸ਼ਨ ਕੈਪੈਸਿਟੀ ਵਧਾ ਕੇ ਬਾਹਰ ਜਿਹੜੇ ਪਿਟ ਹੈਡ ਤੇ ਲੱਗਣੇ ਸੀ ਕੋਲੇ ਪਲਾਂਟ, ਉਹਨਾਂ ਨਾਲ ਐਗਰੀਮੈਂਟ ਕੀਤਾ ਜਾਂਦਾ, ਤਾਂ ਕਿ ਜਿਹੜੀ ਬਿਜਲੀ ਆ ਸਾਨੂੰ ਉਹ ਜਾਂ ਕੋਲੇ ਦੀ ਢੋਆਈ ਦੇ ਵਿੱਚ ਇੰਨਾ ਮਹਿੰਗਾ ਸੌਦਾ ਹੈ ਨਾ ਪੈਂਦਾ। ਜੀ ਮੈਂ ਜਿਹੜਾ ਉਹ ਆਖਰੀ ਸਵਾਲ ਸੀਗਾ ਮੇਰਾ ਕਿ ਜਿਹੜੇ ਅਸੀਂ ਹੁਣ ਰੇਟ ਬਿਜਲੀ ਦੇ ਦੇ ਰਹੇ ਆ, ਤੇ ਮੰਡੀ 'ਚ ਜੋ ਦੇਸ਼ ਭਰ ਦੇ ਵਿੱਚ ਬਾਕੀ ਸੂਬਿਆਂ ਦੇ ਲੋਕ ਦੇ ਰਹੇ ਆ, ਉੱਥੇ ਅਸੀਂ ਕਿੱਥੇ ਖੜੇ ਆ? ਸਾਡੀ ਬਿਜਲੀ ਕਿੰਨੀ ਕੁ ਮਹਿੰਗੀ ਆ? ਸਾਨੂੰ ਕਿੰਨੇ ਕੁ 'ਚ ਪੈਣੀ ਚਾਹੀਦੀ ਆ? ਔਰ ਸਾਨੂੰ ਕਿੰਨਾ ਕੁ ਜਿਹੜਾ ਉਹ ਵੱਧ ਦੇਣਾ ਪੈ ਰਿਹਾ ਆਮ ਜਿਹੜਾ ਖਪਤਕਾਰ ਨੂੰ? ਫਿਰ ਉਹਦੇ ਵਿੱਚ ਮਤਲਬ 2 ਚੀਜ਼ਾਂ ਨੇ। ਇੱਕ ਤਾਂ ਹੈਗਾ ਕਿ ਖਪਤਕਾਰ ਨੂੰ, ਇੱਕ ਤਾਂ ਇਸ ਕਰਕੇ ਵੱਧ ਦੇਣਾ ਪੈ ਰਿਹਾ ਕਿ ਸਾਡੇ ਪੰਜਾਬ ਦੇ ਵਿੱਚ ਜਿਹੜੀ ਇਲੈਕਟ੍ਰੀਸਿਟੀ ਡਿਊਟੀ ਹੈ ਜਾਂ ਇਨਫਰਾਸਟ੍ਰਕਚਰ ਹੋਰ ਚਾਰਜ ਲਾਏ ਹੋਇਆ, ਉਹ ਸਾਰੇ ਮੁਲਕ ਨਾਲੋਂ ਜ਼ਿਆਦਾ ਨੇ ਜੀ। ਕੋਈ 20% ਨੇ। 1 ਰੁਪਿਆ 20 ਪੈਸੇ ਤਾਂ ਯੂਨਿਟ ਉਸੇ ਦੇ ਹੀ ਬਣ ਜਾਂਦੇ ਹੈਗੇ। ਬਾਕੀਆਂ ਦੇ ਦਿੱਲੀ ਲਾ ਲਓ, ਜਿਵੇਂ ਉੱਥੇ ਕੋਈ 5% ਆ ਜੀ, ਕਿਤੇ ਵੀ ਸਟੇਟ ਦੇ ਵਿੱਚ 10% ਤੋਂ ਵੱਧ ਨਹੀਂ ਹੈ ਜੀ ਇਲੈਕਟ੍ਰੀਸਿਟੀ ਡਿਊਟੀ। ਖਪਤਕਾਰ ਨੂੰ ਇੱਕ ਤਾਂ ਇਹ ਬੜਾ ਮਾਰ ਪੈ ਰਹੀ ਹੈਗੀ ਇਲੈਕਟ੍ਰੀਸਿਟੀ ਡਿਊਟੀ ਦੀ ਪੈ ਰਹੀ ਆ। ਦੂਸਰੀ ਜਿਹੜੀ ਖਰੀਦ ਆ ਜੀ, ਹੁਣ ਸਾਡੀ ਜਿਹੜੀ ਲੋਕਲ ਪਲਾਂਟ ਨੇ, ਜਿਹੜੇ ਸਾਡੇ ਪੰਜਾਬ ਦੇ ਅੰਦਰ ਪਲਾਂਟ ਨੇ ਜੀ, ਪ੍ਰਾਈਵੇਟ ਲੱਗੇ ਹੋਏ ਥਰਮਲ ਪਲਾਂਟ ਦੀ ਮੈਂ ਗੱਲ ਕਰੂੰਗਾ, ਉਹਨਾਂ ਕੋਲੋਂ ਸਾਨੂੰ ਐਵਰੇਜ ਜਿਹੜੀ 5 ਰੁਪਏ 30 ਪੈਸੇ ਯੂਨਿਟ ਪੈ ਰਹੀ ਹੈ ਜੀ। ਕਿਉਂਕਿ ਸਾਨੂੰ ਖੜੇ ਪਲਾਂਟ ਕਰਕੇ ਜਿਹੜੀ ਆਪਾਂ ਕਹਿੰਦੇ ਉਹ ਵੀ ਦੇਣ ਕਰਕੇ ਨਾ ਜੀ, ਉਹ ਰੇਟ ਹਾਈ ਚਲਾ ਜਾਂਦਾ। 5 ਰੁਪਏ 30 ਪੈਸੇ ਐਵਰੇਜ ਪੈਂਦੀ ਹੈ। ਈਵਨ 19-20 ਦੇ ਵਿੱਚ ਜੀਵੀ ਕੀ ਤਾਂ ਅਸੀਂ 9 ਰੁਪਏ 45 ਪੈਸੇ ਬਿਜਲੀ ਲਈ ਹੈ ਜੀ। ਅੱਛਾ, ਇਸੇ ਤਰ੍ਹਾਂ ਜਿਹੜੇ ਦੂਸਰੇ ਪਲਾਂਟ ਨੇ ਜਿਹੜੇ ਇਹਨਾਂ ਤਿੰਨਾਂ ਤੋਂ ਇਲਾਵਾ ਹੋਰ ਵੀ ਹੋਏ ਹੈਗੇ, ਉਹ ਪਹਿਲੀਆਂ 'ਚ ਸਮਝੌਤੇ ਹੋਏ ਨੇ, ਉਹਨਾਂ ਵਿੱਚ ਵੀ ਮਤਲਬ ਸਾਡਾ ਜਿਹੜਾ ਰੇਟ ਆ ਨਾ ਜੀ, ਉਹ ਜਿਵੇਂ ਪਰਾਲੀ ਵਾਲੇ ਕਿਸੇ ਪਲਾਂਟ ਤੋਂ 8 ਰੁਪਏ ਹੈਗਾ ਜੀ, ਤੇ ਹਰੇਕ ਸਾਲ 5% ਵੱਧ ਜਾਣਾ, ਉਹ ਵੀ ਹਾਈ ਰੇਟ ਆ। ਬਲਕਿ ਜਦੋਂ ਕਿ ਅਸੀਂ ਇੰਜੀਨੀਅਰਸ ਨੇ ਬਠਿੰਡੇ ਵਾਲੇ ਨੂੰ ਕਨਵਰਟ ਕਰਨ ਵਾਸਤੇ ਕਿਹਾ ਸੀ ਪਰਾਲੀ ਤੇ ਚਲਾ ਲਓ, ਉਹਦਾ ਰੇਟ 4 ਰੁਪਏ ਹੀ ਪੈਣਾ ਸੀਗਾ। ਸੋ ਇੱਕ ਤਾਂ ਰੇਟ ਆਪਣੇ ਕੁਦਰਤੀ ਆਪਣੇ ਰੇਟ ਤਿੰਨਾਂ ਪਲਾਂਟਾਂ ਦੇ ਹਾਈ ਨੇ ਐਜ਼ ਕੰਪੇਅਰ ਟੂ ਦੂਸਰੇ, ਜਿਵੇਂ ਮੈਂ ਸ਼ਾਸਨ ਤੇ ਉਹਦੇ ਦੱਸਿਆ ਹੈਗਾ। ਦੂਜਾ ਦੀ ਕਪੈਸਿਟੀ
ਜ਼ਿਆਦਾ ਹੋਣ ਕਰਕੇ ਤਾਂ ਹਾਈ ਹੋ ਗਏ ਰੇਟ ਇਹਨਾਂ ਦੇ। ਤੇ ਬਾਹਰੋਂ ਮਤਲਬ ਰੇਟ ਸਾਨੂੰ ਐਵਰੇਜ ਜਿਹੜਾ ਪਰਚੇਜ ਰੇਟ ਆ ਆਲ ਆਫ ਇੰਡੀਆ ਦਾ ਜਿਹੜਾ ਹੈਗਾ ਜੀ, ਉਹ ਕੋਈ 3.5 ਰੁਪਏ 3 ਰੁਪਏ 60 ਪੈਸੇ ਦੇ ਆਸ-ਪਾਸ ਪਰਚੇਜ ਰੇਟ ਹੈਗਾ। ਮਤਲਬ ਬਾਹਰੋਂ ਮੰਡੀ ਚੋਂ ਜਿਵੇਂ ਇਸ ਵੇਲੇ ਤਾਂ ਬਿਜਲੀ ਮੇਰੇ ਖਿਆਲ 'ਚ ਮੈਂ ਦੇਖਿਆ ਨਹੀਂ ਅੱਜ ਸਾਰੀ 1.5-2 ਰੁਪਏ ਮਿਲ ਰਹੀ ਹੋਣੀ ਹੈਗੀ। ਤੇ ਬਾਹਰੋਂ ਰੇਟ ਇਹ ਬੜਾ ਭਾਰੀ ਖੱਪਾ ਮਿਸਮੈਨੇਜਮੈਂਟ ਦੇ ਕਾਰਨ ਹੈ। ਤੇ ਜਾਂਦੇ ਜਾਂਦੇ ਮੈਨੂੰ ਦੱਸ ਦਿਓ ਵੀ ਜੇ ਮੰਨ ਲਓ ਨੇਕ ਨੀਅਤੀ ਨਾਲ ਕੈਪਟਨ ਅਮਰਿੰਦਰ ਸਿੰਘ ਇਹਨੂੰ ਰਿਵਿਊ ਕਰਵਾਉਣ 'ਚ ਕਾਮਯਾਬ ਹੋ ਜਾਂਦੇ ਆ, ਕਿਉਂਕਿ ਤਗੜਿਆਂ ਦਾ ਵੀ 27-20 ਹੁੰਦਾ, ਜਿਹੜੇ ਕਾਰਪੋਰੇਟਰ ਨੇ ਜਿਹੜੇ ਮੰਡੀ 'ਚ ਬੈਠੇ ਨੇ ਉਹਨਾਂ ਨੂੰ ਵੀ ਪਤਾ ਮੈਨੇਜ ਕਿਵੇਂ ਕਰਨਾ ਚੀਜ਼ਾਂ ਨੂੰ। ਲੇਕਿਨ ਜੇ ਕਿਧਰੇ ਲੋਕਾਂ ਦੀ ਪ੍ਰੈਸ਼ਰ 'ਚ ਆਉਂਦੀ ਇਲੈਕਸ਼ਨ ਨੂੰ ਧਿਆਨ 'ਚ ਰੱਖ ਕੇ ਰਿਵਿਊ ਹੋ ਜਾਂਦੇ ਆ ਤਾਂ ਕੋਈ ਰੁਪਈਆ ਖੰਡ ਲੋਕਾਂ ਨੂੰ ਬੈਨੀਫਿਟ ਹੋ ਜਾਊਗਾ ਜੀ ਯੂਨਿਟ ਮਗਰ। ਦੇਖੋ ਜੀ, ਇੱਕੋ ਹੀ ਗੱਲ ਹੈ, 100 ਕਹਿੰਦੇ ਹੱਥ ਰੱਸਾ ਹੈਗਾ ਹਨਾ, ਸਿਰੇ ਤੇ ਗੰਢ। ਮੈਂ ਜੋ ਸਮਝਦਾ ਨਿੱਜੀ ਤੌਰ ਤੇ ਕਿ ਹੋਨੈਸਟੀ ਇਜ਼ ਦਾ ਬੈਸਟ ਪਾਲਿਸੀ। ਚਾਹੇ ਅਸੀਂ ਪ੍ਰਾਈਵੇਟ ਖੇਤਰ 'ਚ ਲਾ ਲਈਏ ਥਰਮਲ, ਚਾਹੇ ਲਾ ਲਈਏ ਸਰਕਾਰੀ ਖੇਤਰ 'ਚ, ਜਿਹੜੀ ਜੇ ਉਹਨਾਂ ਨੀਤੀਆਂ 'ਚ ਇਮਾਨਦਾਰੀ ਰਹੂਗੀ ਤਾਂ ਲੋਕਾਂ ਨੂੰ ਅਲਟੀਮੇਟਲੀ ਉਹਦਾ ਫਾਇਦਾ ਹੋਊਗਾ। ਸੋ ਹਰ ਇੱਕ ਕੋਈ ਵੀ ਨਈ ਰੀਨੈਗੋਸ਼ੀਏਸ਼ਨ ਚਾਹੀਦੀ ਆ ਜਾਂ ਕੁਝ ਵੀ ਕਰਨਾ, ਉਹਦੇ ਵਿੱਚ ਇਮਾਨਦਾਰੀ ਨਾਲ ਜੇ ਮਤਲਬ ਜੇ ਇਮਾਨਦਾਰੀ ਦੀ ਨੀਤੀ ਤੇ ਚੱਲਿਆ ਜਾਵੇ ਤਾਂ ਲੋਕਾਂ ਨੂੰ ਡੈਫੀਨਿਟਲੀ ਫਾਇਦਾ ਹੋਊਗਾ ਜੀ। ਭੁੱਲਰ ਸਾਹਿਬ ਬਹੁਤ ਧੰਨਵਾਦ। ਵੈਸੇ ਚਾਹੀਦਾ ਤਾਂ ਇਹ ਹੈ ਕਿ ਮੁੱਖ ਮੰਤਰੀ ਸਾਹਿਬ ਇਹਦੀ ਜਾਂਚ ਕਰਾਉਂਦੇ, ਕੋਈ ਵੱਡੀ SIT ਬਣਾ ਕੇ ਉਹਨੂੰ ਕਹਿੰਦੇ ਵੀ ਇਹ ਮਹੀਨੇ 'ਚ ਕਰਕੇ ਦੱਸੋ। ਅਦਰਵਾਈਜ਼ ਜਿਵੇਂ ਹੁਣ ਨਿਗਮ ਨੂੰ ਲਿਖਤਾ, ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਲਿਖਤਾ, ਉਹਦੇ ਚੋਂ ਕੀ ਨਿਕਲਣਾ ਮੈਨੂੰ ਸਮਝ ਨਹੀਂ ਆਉਂਦੀ। ਉਹਨਾਂ ਦਾ ਅੰਦਰਲਾ ਕੋਈ ਵਿਜੀਲੈਂਸ ਡਿਪਾਰਟਮੈਂਟ ਹੈਗਾ ਵੀ ਕਿ ਨਹੀਂ, ਉਹ ਕਿਸ ਪੱਧਰ ਦਾ ਹੈ। ਹੁਣ ਦੇਖਣ ਵਾਲੀ ਗੱਲ ਆ ਕਿ ਜੇਕਰ ਬਹੁਤ ਵੱਡੀਆਂ ਕੰਪਨੀਆਂ ਦੇ ਬਹੁਤ ਵੱਡੇ ਮਾਲਕਾਂ ਨਾਲ ਜਾਂ ਉਹਨਾਂ ਦੇ CEOs ਨਾਲ ਗੱਲ ਹੋਣੀ ਆ ਤਾਂ ਬੰਦਾ ਵੀ ਉਹ ਚਾਹੀਦਾ ਜਿਹੜਾ ਪੰਜਾਬੀ 'ਚ ਕਹਿੰਦੇ ਆ ਲੋਹੇ ਦਾ ਥਣ ਹੋਵੇ, ਜਿਹੜਾ ਕਿਸੇ ਦੇ ਆਖੇ ਨਾ ਲੱਗੇ। ਉਹ ਕਵੇ ਕਿ ਸਟੇਟ ਵੱਲੋਂ ਆਇਆ, ਸਟੇਟ ਵੱਲ ਖਲੋਣਾ ਹੈ। ਫੈਸਲੇ ਹੋਣੇ ਚਾਹੀਦੇ ਆ, ਲੋਕਾਂ ਨੂੰ ਹੁੰਦੇ ਦਿਸਣੇ ਵੀ ਚਾਹੀਦੇ ਆ। ਸੋ ਮੁੱਖ ਮੰਤਰੀ ਦੀ ਇਹ ਮੂਵ ਉਹਨਾਂ ਨੂੰ 2022 'ਚ ਫਾਇਦਾ ਤਾਂ ਹੀ ਪਹੁੰਚਾ ਸਕਦੀ ਆ ਜੇਕਰ ਇਹਦੇ ਕੁਝ ਨਤੀਜੇ ਨਿਕਲਣ। ਭੁੱਲਰ ਸਾਹਿਬ ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।